ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਮਾਜਿਕ ਸਿੱਖਿਆ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਹਿਮਾਲਿਆ ਪਰਬਤਾਂ ਦੀ ਉਤਪਤੀ ਹੇਠ ਲਿਖੇ ਵਿੱਚੋਂ ਕਿਸ ਤੋਂ ਹੋਈ? ਆਪਸ਼ਨ ਹਨ ਬੰਗਾਲ ਦੀ ਖਾੜੀ, ਟੈਥੀਜ ਸਮੁੰਦਰ, ਅੰਧ ਮਹਾਸਾਗਰ ਜਾਂ ਹਿੰਦ ਮਹਾਸਾਗਰ। ਜਿੱਥੇ ਹੁਣ ਹਿਮਾਲਿਆ ਹੈ ਉੱਥੇ ਇੱਕ ਵਿਸ਼ਾਲ ਪਰ ਘੱਟ ਡੂੰਘਾ ਸਾਗਰ ਟੈਥੀਜ ਸੀ। ਹਿਮਾਲਿਆ ਦੀ ਉਤਪਤੀ ਟੈਥੀਜ ਸਾਗਰ ਦੇ ਉੱਤਰ ਦੇ ਵਿੱਚ ਯੂਰੇਸ਼ੀਆ ਅਤੇ ਦੱਖਣ ਵੱਲ ਵਿੱਚ ਗੋਂਡਵਾਨਾ ਲੈਂਡ ਦੇ ਭੂਖੰਡਾਂ ਦੇ ਆਪਸ ਵਿੱਚ ਟਕਰਾਉਣ ਦੇ ਕਾਰਨ ਹੋਈ ਸੀ। ਅਜੇ ਵੀ ਇੰਡੀਅਨ ਪਲੇਟ ਜਿਹੜੀ ਹੈ ਯੂਰੇਸ਼ੀਅਨ ਪਲੇਟ ਦੇ ਥੱਲੇ ਜਾ ਰਹੀ ਹੈ ਤੇ ਹਿਮਾਲਿਆ ਪਰਬਤ ਦੀ ਉਚਾਈ ਹਰ ਸਾਲ 5 ਤੋਂ 10 ਸੈਂਟੀਮੀਟਰ ਤੱਕ ਵੱਧ ਰਹੀ ਹੈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਟੈਥੀਜ ਸਾਗਰ ਜਾਂ ਟੈਥੀਜ ਸਮੁੰਦਰ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ। ਪੱਛਮੀ ਸਿੱਖਿਆ ਸੰਬੰਧੀ ਇਹ ਵਿਚਾਰ ਕਿਸ ਦੇ ਸਨ? ਆਪਸ਼ਨ ਹਨ ਰਾਜ ਰਾਮ ਮੋਹਨ ਰਾਏ, ਮਹਾਤਮਾ ਗਾਂਧੀ, ਸਰਦਾਰ ਪਟੇਲ ਜਾਂ ਰਾਸ ਬਿਹਾਰੀ ਬੋਸ। ਇਹ ਜਿਹੜੇ ਵਿਚਾਰ ਸਨ ਇਹ ਮਹਾਤਮਾ ਗਾਂਧੀ ਜੀ ਦੇ ਸਨ। ਮਹਾਤਮਾ ਗਾਂਧੀ ਜੀ ਕਹਿੰਦੇ ਸਨ ਕਿ ਅੰਗਰੇਜ਼ੀ ਸਿੱਖਿਆ ਪੱਛਮੀ ਸਿੱਖਿਆ ਸਾਨੂੰ ਗੁਲਾਮ ਬਣਾਉਂਦੀ ਹੈ ਤੇ ਸਾਡੇ ਵਿੱਚ ਹੀਨ ਭਾਵਨਾ ਪੈਦਾ ਕਰਦੀ ਹੈ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਜਨਮ ਦਰ ਅਤੇ ਮੌਤ ਦਰ ਦੇ ਅੰਤਰ ਨੂੰ ਕੀ ਕਹਿੰਦੇ ਹਨ? ਆਪਸ਼ਨ ਹਨ ਵਾਧਾ ਦਰ, ਸ਼ਿਸ਼ੂ ਜਨਮ ਦਰ, ਲਿੰਗ ਅਨੁਪਾਤ ਦਰ ਜਾਂ ਆਸਰਿਤ ਦਰ। ਜਿਹੜਾ ਜਨਮ ਦਰ ਅਤੇ ਮੌਤ ਦਰ ਦਾ ਅੰਤਰ ਹੈ ਯਾਨੀ ਕਿ ਡਿਫਰੈਂਸ ਬਿਟਵੀਨ ਬਰਥ ਰੇਟ ਐਂਡ ਡੈਥ ਰੇਟ, ਇਹਨੂੰ ਕਹਿੰਦੇ ਨੇ ਗਰੋਥ ਰੇਟ ਆਫ ਪਾਪੂਲੇਸ਼ਨ ਜਾਂ ਪਾਪੂਲੇਸ਼ਨ ਗਰੋਥ ਰੇਟ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ, ਵਾਧਾ ਦਰ। ਅਗਲਾ ਪ੍ਰਸ਼ਨ ਹੈ ਜੀ, ਦੇਸ਼ ਦੀ ਭੋਜਨ ਦੀ ਜ਼ਰੂਰਤਾਂ ਕਿਵੇਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ? ਆਪਸ਼ਨ ਹਨ ਖੇਤਰ ਦੇ ਭੌਤਿਕ ਆਕਾਰ ਦੇ ਆਧਾਰ ਤੇ, ਪੇਂਡੂ ਵਸੋਂ ਦੇ ਆਧਾਰ ਤੇ, ਸ਼ਹਿਰੀ ਵਸੋਂ ਦੇ ਆਧਾਰ ਤੇ ਜਾਂ ਜਨਸੰਖਿਆ ਤੇ, ਸਾਈਜ਼ ਤੇ, ਰਹਿਣ ਸਹਿਣ ਦੇ ਆਧਾਰ ਤੇ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਦਾ ਸਾਈਜ਼ ਆਫ ਪਾਪੂਲੇਸ਼ਨ ਐਂਡ ਇਟਸ ਸਟੈਂਡਰਡ ਆਫ ਲਿਵਿੰਗ। ਜਨਸੰਖਿਆ ਦੇ ਸਾਈਜ਼ ਤੇ ਰਹਿਣ ਸਹਿਣ ਤੇ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਸਮਾਜ ਵਿੱਚ ਔਰਤਾਂ ਦੀ ਦਸ਼ਾ ਸੁਧਾਰਨ ਲਈ ਬੰਗਾਲ ਵਿੱਚ ਆਪਣੇ ਖਰਚੇ ਤੇ ਲਗਭਗ 25 ਸਕੂਲ ਕਿਸ ਨੇ ਸਥਾਪਿਤ ਕੀਤੇ? ਆਪਸ਼ਨ ਹਨ PC ਮੁਖਰਜੀ, ਨਰਿੰਦਰ ਨਾਥ ਦੱਤ, ਬਿਕਮ ਚੰਦਰ ਚੈਟਰਜੀ ਜਾਂ ਈਸ਼ਵਰ ਚੰਦਰ ਵਿਦਿਆਸਾਗਰ। ਜਿਹੜੇ ਈਸ਼ਵਰ ਚੰਦਰ ਵਿਦਿਆਸਾਗਰ ਜੀ ਸਨ ਇਹ ਇੱਕ ਸਮਾਜ ਸੁਧਾਰਕ ਸਨ। ਇਹਨਾਂ ਨੇ ਬੰਗਾਲ ਦੇ ਵਿੱਚ ਆਪਣੇ ਖਰਚੇ ਤੇ 1851 ਤੋਂ ਲੈ ਕੇ 1855 ਦੇ ਵਿੱਚ ਲਗਭਗ 25 ਤੋਂ ਜ਼ਿਆਦਾ ਸਕੂਲ ਐਸਟੈਬਲਿਸ਼ ਕੀਤੇ ਸਨ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਬ੍ਰਿਟਿਸ਼ ਭਾਰਤ ਵਿੱਚ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਆਪਸ਼ਨ ਹਨ ਲਾਰਡ ਡਲਹੌਜੀ, ਲਾਰਡ ਹੇਸਟਿੰਗ, ਲਾਰਡ ਕਾਰਨਵਾਲਿਸ, ਲਾਰਡ ਕੈਰਡੋਨ। ਲਾਰਡ ਡਲਹੌਜੀ ਨੂੰ ਮੇਕਰ ਆਫ ਮਾਡਰਨ ਇੰਡੀਆ ਵੀ ਕਿਹਾ ਜਾਂਦਾ ਹੈ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਲਾਰਡ ਡਲਹੌਜੀ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ? ਆਪਸ਼ਨ ਹਨ ਵੋਲਗਾ ਡੈਲਟਾ, ਸੁੰਦਰਬਨ ਡੈਲਟਾ, ਦੇਨਬੇ ਦੋਨ ਡੈਲਟਾ, ਕਾਵੇਰੀ ਡੈਲਟਾ। ਗੰਗਾ ਬ੍ਰਹਮਪੁੱਤਰ ਡੈਲਟਾ, ਜਿਸ ਨੂੰ ਗੰਗਾ ਡੈਲਟਾ ਜਾਂ ਸੁੰਦਰਬਨ ਡੈਲਟਾ ਵੀ ਆਖਦੇ ਹਨ, ਇਹ ਏਸ਼ੀਆ ਦੇ ਵਿੱਚ ਸਥਿਤ ਹੈ ਜਿੱਥੇ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਇਹ ਬੰਗਾਲ ਦੀ ਖਾੜੀ 'ਚ ਜਿੱਥੇ ਡਿੱਗਦੀਆਂ ਨੇ ਉੱਥੇ ਇਹ ਬਣਦਾ ਹੈ। ਇਹ ਲਗਭਗ 40,000 ਸਕੁਅਰ ਕਿਲੋਮੀਟਰ ਖੇਤਰ ਦੇ ਵਿੱਚ ਫੈਲਿਆ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਅਗਲਾ ਪ੍ਰਸ਼ਨ ਹੈ ਜੀ, ਕਾਜ਼ੀਰੰਗਾ ਜੰਗਲੀ ਜੀਵ ਖੇਤਰ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਸਥਿਤ ਹੈ? ਆਪਸ਼ਨ ਹਨ ਆਸਾਮ, ਪੰਜਾਬ, ਕੇਰਲ ਜਾਂ ਹਿਮਾਚਲ ਪ੍ਰਦੇਸ਼। ਜਿਹੜਾ ਕਾਜ਼ੀਰੰਗਾ ਜੰਗਲੀ ਜੀਵ ਖੇਤਰ ਹੈ ਇਹ ਅਸਾਮ ਦੇ ਗੋਲਾਘਾਟ, ਨਾਗਾਮ ਅਤੇ ਸੋਨਿਤਪੁਰ ਜ਼ਿਲ੍ਹਿਆਂ ਦੇ ਵਿੱਚ ਸਥਿਤ ਹੈ। ਇਹ ਭਾਰਤੀ ਗੈਂਡਾ ਯਾਨੀ ਕਿ ਇੱਕ ਸਿੰਗ ਵਾਲੇ ਗੈਂਡੇ ਦੇ ਲਈ ਮਸ਼ਹੂਰ ਹੈ। ਅਗਲਾ ਪ੍ਰਸ਼ਨ ਹੈ ਜੀ, ਇਹਨਾਂ ਖੇਤਰਾਂ ਵਿੱਚ ਕਿਹੜੇ ਖੇਤਰ ਵਿੱਚ ਪਟਸਨ ਮਿੱਲਾਂ ਜ਼ਿਆਦਾ ਹਨ? ਆਪਸ਼ਨ ਹਨ ਮਹਾਰਾਸ਼ਟਰ, ਵੈਸਟ ਬੰਗਾਲ, ਉੱਤਰ ਪ੍ਰਦੇਸ਼ ਜਾਂ ਗੁਜਰਾਤ। ਇਹਦਾ ਸਹੀ ਜਵਾਬ ਹੈ ਜੀ ਵੈਸਟ ਬੰਗਾਲ। ਅਗਲਾ ਪ੍ਰਸ਼ਨ ਹੈ ਜੀ, ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ? ਆਪਸ਼ਨ ਹਨ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਡਾਕਟਰ ਰਾਜਿੰਦਰ ਪ੍ਰਸਾਦ ਜਾਂ ਸਰਦਾਰ ਵੱਲਭ ਭਾਈ ਪਟੇਲ। ਜਿਹੜੇ ਸਰਦਾਰ ਵੱਲਭ ਭਾਈ ਪਟੇਲ ਨੇ ਇਹ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਨ। ਅਗਲਾ ਪ੍ਰਸ਼ਨ ਹੈ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਨੁਸਾਰ ਰਾਜਨੀਤਿਕ ਲੋਕਤੰਤਰ ਦੇ ਨਾਲ ਦੋ ਤਰ੍ਹਾਂ ਦੇ ਲੋਕਤੰਤਰ ਜਿਵੇਂ ਕਿ ਆਰਥਿਕ ਲੋਕਤੰਤਰ ਅਤੇ ਡੈਸ਼ ਲੋਕਤੰਤਰ ਹੋਣੇ ਚਾਹੀਦੇ ਹਨ। ਆਪਸ਼ਨ ਹਨ ਸੱਭਿਆਚਾਰਕ ਲੋਕਤੰਤਰ, ਭਾਸ਼ਾਈ ਲੋਕਤੰਤਰ, ਧਾਰਮਿਕ ਲੋਕਤੰਤਰ ਜਾਂ ਸਮਾਜਿਕ ਲੋਕਤੰਤਰ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸਮਾਜਿਕ ਲੋਕਤੰਤਰ। ਚੌਥਾ ਆਪਸ਼ਨ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਮਾਰਬਲ ਕੀ ਹੈ? ਆਪਸ਼ਨ ਹਨ
ਤੈਦਾਰ ਚਟਾਨ, ਅਗਨੀ ਚਟਾਨ, ਬਸਾਲਟ ਚਟਾਨ ਜਾਂ ਪਰਾਵਰਤਿਤ ਚਟਾਨ। ਜਿਹੜਾ ਮਾਰਬਲ ਹੈ ਇਹ ਇੱਕ ਮੈਟਾਮੋਰਫਿਕ ਰੌਕ ਹੈ। ਇਹ ਲਾਈਮਸਟੋਨ ਦੇ ਮੈਟਾਮੋਰਫਿਜ਼ਮ ਤੋਂ ਬਾਅਦ ਬਣਦੀ ਹੈ। ਹੀਰਾਕੁੰਡ ਬੰਨ ਕਿਹੜੀ ਨਦੀ ਤੇ ਬਣਿਆ ਹੈ? ਆਪਸ਼ਨ ਹਨ ਸਤਲੁਜ, ਮਹਾਨਦੀ, ਨਰਮਦਾ ਜਾਂ ਕ੍ਰਿਸ਼ਨਾ। ਜਿਹੜਾ ਹੀਰਾਕੁੰਡ ਬੰਨ ਹੈ ਇਹ ਉੜੀਸਾ ਦੇ ਵਿੱਚ ਮਹਾਨਦੀ ਦੇ ਉੱਪਰ ਬਣਿਆ ਹੈ। ਦੂਸਰਾ ਆਪਸ਼ਨ ਸਹੀ ਹੈ। ਅਗਲਾ ਪ੍ਰਸ਼ਨ ਹੈ, ਕਿਸ ਮੁਗਲ ਸ਼ਾਸਕ ਨੇ ਪੰਜਾਬ ਨੂੰ 2 ਭਾਗਾਂ ਵਿੱਚ ਵੰਡਿਆ? ਆਪਸ਼ਨ ਹਨ ਬਾਬਰ ਨੇ, ਅਕਬਰ ਨੇ, ਔਰੰਗਜ਼ੇਬ ਨੇ ਜਾਂ ਸਿਕੰਦਰ ਨੇ। ਅਕਬਰ ਨੇ 1580 ਨੂੰ ਆਪਣੀ ਜਿਹੜੀ ਸਲਤਨਤ ਹੈ ਉਹਨੂੰ 12 ਸੂਬਿਆਂ ਦੇ ਵਿੱਚ ਵੰਡਿਆ ਸੀ। ਉਹਦੇ ਵਿੱਚ ਜਿਹੜਾ ਪੰਜਾਬ ਸੀ ਉਹਨੂੰ ਵੀ 2 ਸੂਬਿਆਂ 'ਚ ਵੰਡਿਆ ਗਿਆ ਸੀ, ਜਿਹਦੇ ਵਿੱਚ ਸੂਬਾ ਆਫ ਲਾਹੌਰ ਅਤੇ ਸੂਬਾ ਆਫ ਮੁਲਤਾਨ ਬਣੇ ਸਨ। ਇਹਦਾ ਸਹੀ ਜਵਾਬ ਹੈ ਜੀ ਅਕਬਰ। ਅਗਲਾ ਪ੍ਰਸ਼ਨ ਹੈ ਜੀ, ਸੂਰਤ ਭਾਰਤ ਦੇ ਕਿਹੜੇ ਤੱਟ 'ਤੇ ਸਥਿਤ ਹੈ? ਆਪਸ਼ਨ ਹਨ ਪੱਛਮੀ ਤੱਟ, ਪੂਰਬੀ ਤੱਟ, ਉੱਤਰੀ ਤੱਟ ਜਾਂ ਦੱਖਣੀ ਤੱਟ। ਜਿਹੜਾ ਸੂਰਤ ਹੈ ਇਹ ਗੁਜਰਾਤ ਦੇ ਵਿੱਚ ਹੈ ਤੇ ਇਹ ਭਾਰਤ ਦੇ ਪੱਛਮੀ ਤੱਟ ਤੇ ਸਥਿਤ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆ ਨੂੰ ਕ੍ਰਮ ਵਾਂਗ ਕ੍ਰੋਨੋਲੋਜੀਕਲ ਅਨੁਸਾਰ ਲਿਖੋ। ਸਭ ਤੋਂ ਪਹਿਲਾਂ ਹੋਇਆ ਸੀ ਜੀ ਜੈਤੋ ਦਾ ਮੋਰਚਾ। ਜੈਤੋ ਦਾ ਮੋਰਚਾ ਲਗਭਗ 1923 ਦੇ ਵਿੱਚ ਆਰੰਭ ਹੋਇਆ ਸੀ। ਉਸ ਤੋਂ ਬਾਅਦ ਪੂਰਨ ਸਵਰਾਜ ਦਾ ਪ੍ਰਸਤਾਵ 1929 ਦੇ ਵਿੱਚ ਰੱਖਿਆ ਗਿਆ। ਸਿਵਲ ਨਾਮਫਰਮਾਨੀ ਅੰਦੋਲਨ 1930 ਵਿੱਚ ਤੇ ਸਭ ਤੋਂ ਅੰਤ ਦੇ ਵਿੱਚ ਭਾਰਤ ਛੱਡੋ ਅੰਦੋਲਨ 1942 ਦੇ ਵਿੱਚ ਹੋਇਆ ਸੀ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ। ਵੀ ਸਪੋਰਟ ਸੈਕੂਲਰਿਜ਼ਮ ਵੈਨ ਵੀ ਪ੍ਰੈਕਟਿਸ। ਆਪਸ਼ਨ ਹਨ ਵੋਟਾਂ ਦੀ ਰਾਜਨੀਤੀ, ਅਸਹਿਣਸ਼ੀਲਤਾ, ਸਾਰੇ ਧਰਮਾਂ ਨੂੰ ਬਰਾਬਰ ਮੰਨਣਾ ਜਾਂ ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਧਰਮਾਂ ਨੂੰ ਬਰਾਬਰ ਮੰਨਣਾ ਅਤੇ ਧਰਮ ਅਤੇ ਰਾਜਨੀਤੀ ਨੂੰ ਅਲੱਗ ਰੱਖਣਾ, ਮਤਲਬ ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਨੈਕਸਟ ਹੈ ਜੀ, ਇੱਕ ਕੰਪਨੀ ਮਜ਼ਦੂਰਾਂ ਨੂੰ ਬਿਨਾਂ ਤਨਖਾਹ ਦਿੱਤੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਵਿੱਚ ਕਿਹੜੇ ਮੁੱਢਲੇ ਅਧਿਕਾਰ ਦੀ ਪਾਲਣਾ ਨਹੀਂ ਹੋ ਰਹੀ? ਆਪਸ਼ਨ ਹਨ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ ਜਾਂ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਸ਼ੋਸ਼ਣ ਵਿਰੁੱਧ ਅਧਿਕਾਰ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਚੱਲਦੇ ਹਾਂ ਜੀ। ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸੰਬੰਧਿਤ ਕਿਸਾਨਾਂ ਨੂੰ ਕਿਹਾ। ਆਪਸ਼ਨ ਹਨ ਗੈਰ ਕਬਾਇਲੀ ਲੋਕਾਂ ਨਾਲ ਸਹਿਯੋਗ ਕਰਨਾ, ਜ਼ਿਮੀਂਦਾਰਾਂ ਨੂੰ ਟੈਕਸ ਨਾ ਦੇਣਾ, ਬ੍ਰਿਟਿਸ਼ ਸਾਮਰਾਜ ਨੂੰ ਮੰਨਣਾ, ਆਜ਼ਾਦੀ ਅੰਦੋਲਨ ਵਿੱਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਾ। ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ। ਉਸਨੇ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਕਿਰਾਇਆ ਨਾ ਦੇਣ। ਮੁੰਡਾ ਕਬੀਲੇ ਦੁਆਰਾ ਕੀਤੇ ਗਏ ਵਿਦਰੋਹ ਦੇ ਪ੍ਰਭਾਵ ਅਧੀਨ ਬਰਤਾਨਵੀ ਹਕੂਮਤ ਨੇ ਛੋਟਾ ਨਾਗਪੁਰ ਐਕਟ 1908 ਪਾਸ ਕੀਤਾ ਸੀ। ਇਸ ਐਕਟ ਨਾਲ ਛੋਟੇ ਕਿਸਾਨਾਂ ਨੂੰ ਜ਼ਮੀਨ ਦੇ ਹੱਕ ਮਿਲ ਗਏ ਸਨ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਜ਼ਿਮੀਂਦਾਰਾਂ ਨੂੰ ਕਰ ਨਾ ਦੇਣਾ। ਨੈਕਸਟ ਹੈ ਜੀ, ਯੂਨੈਸਕੋ ਵਿਸ਼ਵ ਵਿਰਾਸਤ ਵਿੱਚ ਵਿਕਟੋਰੀਆ ਟਰਮੀਨਲ ਨੂੰ ਕਦੋਂ ਸ਼ਾਮਲ ਕੀਤਾ ਗਿਆ? ਆਪਸ਼ਨ ਹਨ 2006, 1996, 1994 ਜਾਂ 2004। ਵਿਕਟੋਰੀਆ ਟਰਮੀਨਸ, ਜਿਸ ਨੂੰ ਹੁਣ ਛਤਰਪਤੀ ਸ਼ਿਵਾਜੀ ਟਰਮੀਨਸ ਆਖਦੇ ਨੇ, ਇਹ ਮੁੰਬਈ ਦੇ ਵਿੱਚ ਹੈ। ਇਸ ਨੂੰ ਯੂਨੈਸਕੋ ਨੇ 2004 ਦੇ ਵਿੱਚ ਵਰਲਡ ਹੈਰੀਟੇਜ ਸਾਈਟ ਵਜੋਂ ਸ਼ਾਮਲ ਕੀਤਾ ਸੀ। ਇਹਦਾ ਸਹੀ ਜਵਾਬ ਹੋਏਗਾ ਜੀ 2004 AD। ਅਗਲਾ ਪ੍ਰਸ਼ਨ ਹੈ ਜੀ, ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲ੍ਹੇ ਗਏ ਸਕੂਲਾਂ ਨੂੰ ਕੀ ਕਿਹਾ ਜਾਂਦਾ ਸੀ? ਆਪਸ਼ਨ ਹਨ ਮਦਰਸਾ, ਮਹਾਜਨੀ, ਮਕਤਬ ਜਾਂ ਪਾਠਸ਼ਾਲਾ। ਜਿਹੜਾ ਮਦਰਸਾ ਅਤੇ ਮਕਤਬ ਹੈ ਇਹ ਰਿਲੀਜੀਅਸ ਸਕੂਲ ਨੇ ਅਤੇ ਮਹਾਜਨੀ ਜਿਹੜਾ ਹੈ ਇਹ ਕਿਹਾ ਜਾਂਦਾ ਸੀ ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲ੍ਹੇ ਗਏ ਸਕੂਲਾਂ ਨੂੰ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਕਿਸੇ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਨਾ ਕਿਸ ਪ੍ਰਕਾਰ ਦੇ ਮਾਮਲੇ ਦੀ ਉਦਾਹਰਣ ਹੈ? ਆਪਸ਼ਨ ਹਨ ਸਿਵਲ ਮਾਮਲਾ, ਫੌਜਦਾਰੀ ਮਾਮਲਾ, ਸਿਵਲ ਅਤੇ ਫੌਜਦਾਰੀ ਮਾਮਲਾ ਜਾਂ ਪਰਿਵਾਰਕ ਮਾਮਲਾ। ਕਿਸੇ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਵਾਲਾ ਕੇਸ ਕਿਹੜਾ? ਇਹ ਆਪਾਂ ਦੱਸਣਾ ਇੱਕ ਸਿਵਲ ਕੇਸ ਹੈ, ਕ੍ਰਿਮੀਨਲ ਕੇਸ ਹੈ, ਬੋਥ ਸਿਵਲ ਐਂਡ ਕ੍ਰਿਮੀਨਲ ਹੈ ਜਾਂ ਫੈਮਿਲੀ ਕੇਸ ਹੈ। ਇਹਦਾ ਸਹੀ ਜਵਾਬ ਹੈ ਜੀ ਸਿਵਲ ਕੇਸ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਛੂਤ-ਛਾਤ ਦਾ ਖਾਤਮਾ ਕਿਹੜੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਹੈ? ਆਪਸ਼ਨ ਹਨ ਧਰਮ ਸੁਤੰਤਰਤਾ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ ਜਾਂ ਸ਼ੋਸ਼ਣ ਵਿਰੁੱਧ ਅਧਿਕਾਰ। ਸਮਾਨਤਾ ਦਾ ਅਧਿਕਾਰ ਰਾਈਟ ਟੂ ਇਕੁਐਲਿਟੀ ਦੇ ਵਿੱਚ ਛੂਆ-ਛਾਤ ਦਾ ਅੰਤ ਆਰਟੀਕਲ 17 ਆਉਂਦਾ ਹੈ। ਇਹਦਾ ਸਹੀ ਜਵਾਬ ਹੋਏਗਾ ਜੀ ਦੂਸਰਾ ਆਪਸ਼ਨ
ਸਮਾਨਤਾ ਦਾ ਅਧਿਕਾਰ। ਇਸ ਦੇ ਨਾਲ ਹੀ ਅੱਜ ਦੀ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ। ਉਮੀਦ ਹੈ ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੋਵੇਗੀ। ਸਾਡੇ ਚੈਨਲ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਮੈਂ ਜਿਹੜੀਆਂ ਸੋਸ਼ਲ ਸਟੱਡੀ ਦੇ ਨਾਲ ਸੰਬੰਧਿਤ ਵੀਡੀਓ ਨੇ ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਲਗਾ ਦੇਵਾਂਗਾ। ਤੁਸੀਂ ਉਹਨਾਂ ਸਾਰਿਆਂ ਨੂੰ ਦੇਖ ਸਕਦੇ ਹੋ। ਚੰਗੀ ਤਰ੍ਹਾਂ ਤਿਆਰੀ ਕਰੋ, ਸਾਰੇ ਟੌਪਿਕ ਨੂੰ ਚੰਗੀ ਤਰ੍ਹਾਂ ਕਵਰ ਕਰੋ। ਤੁਸੀਂ ਵਧੀਆ ਨੰਬਰ ਲੈ ਕੇ ਬੜੀ ਆਸਾਨੀ ਦੇ ਨਾਲ ਟੈਸਟ ਨੂੰ ਪਾਸ ਕਰ ਸਕਦੇ ਹੋ। ਆਲ ਦੀ ਬੈਸਟ। ਥੈਂਕ ਯੂ। ਜੇਕਰ ਇਸ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।